ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰੀ ਮਹਿਮਾ ਕਰਦੇ ਹਾਂ, ਤੇਰੀ ਵਡਿਆਈ ਕਰਦੇ ਹਾਂ। ਸੱਚਮੁੱਚ ਤੂੰ ਸਰਵੋਤਮ ਪਰਮੇਸ਼ਰ ਹੈ। ਮਨੁੱਖਾਂ ਦੀ ਭਾਲ ਕਰਦਾ ਹੈ ਅਤੇ ਉਹਨਾਂ ਦੇ ਬਚਾਓ ਦੇ ਲਈ ਜੋ ਆਪ ਨੇ ਕਰਮ ਕੀਤਾ ਹੈ, ਕਾਰਜ ਕੀਤਾ ਹੈ, ਉਸ ਸਭ ਦੇ ਲਈ ਅਸੀਂ ਆਪ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਪਰਮੇਸ਼ਰ ਤੇਰੀ ਭਲਾਈ ਔਰ ਤੇਰੀ ਹੀ ਵਡਿਆਈ ਤੇਰੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਜੋ ਉਸਨੇ ਮਨੁੱਖੀ ਜੀਵਨ ਦੇ ਲਈ ਕਾਰਜ ਕਲਵਰੀ ਕਰੂਸ ਦੇ ਉੱਤੇ ਕੀਤਾ, ਉਸ ਦੇ ਲਈ ਅਸੀਂ ਧੰਨਵਾਦ ਕਰਦੇ ਹਾਂ। ਅੱਜ ਦੇ ਵਚਨ ਨੂੰ ਸਾਨੂੰ ਜੋ ਅਸੀਂ ਪੜ੍ਹਨ ਜਾ ਰਹੇ ਹਾਂ ਉਸ ਨੂੰ ਸਮਝਣ ਅਤੇ ਸਿੱਖਣ ਦੇ ਲਈ ਮਦਦ ਕਰ। ਦਿਨ ਪ੍ਰਤੀ ਦਿਨ ਅਸੀਂ ਤੇਰੀ ਆਮਦ ਦੇ ਵਿੱਚ ਮਜ਼ਬੂਤ ਹੋ ਸਕੀਏ ਔਰ ਪਰਮੇਸ਼ਰ ਪਿਤਾ ਜਦੋਂ ਸਮਾਂ ਪੂਰਾ ਹੋਵੇ ਤਾਂ ਅਸੀਂ ਤੇਰੇ ਨਾਲ ਜਾ ਮਿਲੀਏ। ਅਜਿਹਾ ਹੋਣ ਦੇ ਲਈ ਮਦਦ ਕਰ। ਆਪ ਦੇ ਵਚਨ ਦੀ ਸਮਰੱਥ ਔਰ ਆਪ ਦੇ ਵਚਨ ਦਾ ਕਾਰਜ ਸਾਡੇ ਜੀਵਨ ਦੇ ਵਿੱਚ ਨਿਤ ਪ੍ਰਤੀ ਦਿਨ ਹੋਵੇ, ਅਜਿਹੀ ਅਸੀਂ ਪ੍ਰਾਰਥਨਾ ਕਰਦੇ ਹਾਂ। ਬੋਲਣ ਵਾਲੇ ਨੂੰ ਅਤੇ ਸੁਣਨ ਵਾਲੇ ਨੂੰ ਦੋਨਾਂ ਨੂੰ ਆਪਣੀ ਬਰਕਤ ਦੇ। ਸਭ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਜੋ ਵਚਨ ਦਾ ਮੈਂ ਭਾਗ ਲਿਆ ਹੈ ਉਹ ਲਿਆ ਹੈ ਪਹਿਲਾ ਪਤਰਸ ਉਸ ਦਾ 2 ਅਧਿਆਏ ਉਸ ਦੀ 7 ਆਇਤ ਦੇ ਵਿੱਚੋਂ, ਜਿਸ ਵਿੱਚ ਪਤਰਸ ਇੰਝ ਲਿਖਦਾ ਹੈ, ਜੋ ਮੈਂ ਆਪ ਦੇ ਲਈ ਪੜ੍ਹਨ ਜਾ ਰਿਹਾ ਹਾਂ ਤਾਂ ਕਿ ਅਸੀਂ ਪਰਮੇਸ਼ਵਰ ਦੇ ਇਸ ਭਾਗ ਨੂੰ ਸਮਝ ਸਕੀਏ। ਇੱਥੇ ਲਿਖਿਆ ਹੈ, ਸੋ ਉਹ ਤੁਹਾਡੇ ਲਈ ਜਿਹੜੇ ਨੀਚਾ ਕਰਦੇ ਹੋ ਅਮੋਲਕ ਹੈ, ਪਰ ਜਿਹੜੇ ਨੀਚਾ ਨਹੀਂ ਕਰਦੇ, ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ ਸੋਈ ਕੁੰਜੇ ਦਾ ਸਿਰਾ ਹੋ ਗਿਆ। ਇਸ ਵਚਨ ਦਾ ਜੋ ਮੈਂ ਸਬਜੈਕਟ ਵਿਸ਼ਾ ਲਿਆ ਹੈ ਉਹ ਲਿਆ ਹੈ ਕੀਮਤੀ ਪੱਥਰ, ਅਮੋਲਕ ਪੱਥਰ। ਇਸ ਗੱਲ ਨੂੰ ਸਮਝਣ ਦੇ ਲਈ ਮੈਂ ਕੁਝ ਗੱਲ ਕਰਾਂਗਾ। ਜ਼ਬੂਰਾਂ ਦਾ ਮਤਲਬ ਮੁਲਾਂਕਣ ਹੈ। ਵਰਸ਼ਿਪ ਮੀਨਸ ਵਰਦੀ ਵਰਸ਼ਿਪ। ਭਜਨ ਗਾਉਂਦੇ ਸਮੇਂ ਅਸੀਂ ਪ੍ਰਭੂ ਨੂੰ ਕਹਿੰਦੇ ਹਾਂ ਕਿ ਤੂੰ ਮੇਰੇ ਲਈ ਸਭ ਤੋਂ ਕੀਮਤੀ ਹੈ। ਇੱਕ ਵਾਰ ਫਿਰ ਕਹਿ ਰਿਹਾ ਹਾਂ, ਭਜਨ ਗਾਉਂਦੇ ਸਮੇਂ ਅਸੀਂ ਪ੍ਰਭੂ ਨੂੰ ਕਹਿੰਦੇ ਹਾਂ ਕਿ ਤੂੰ ਮੇਰੇ ਲਈ ਸਭ ਤੋਂ ਕੀਮਤੀ ਹੈ। ਇਹੋ ਗੱਲ ਇੱਥੇ ਪਤਰਸ ਆਪਣੇ ਵਚਨ ਦੇ ਨਾਲ ਸਾਨੂੰ ਸਿਖਾਉਣ ਜਾ ਰਿਹਾ ਹੈ। ਪਤਰਸ ਦੱਸਦਾ ਹੈ ਕਿ ਅਸੀਂ ਜਦੋਂ ਪਿੱਛੇ ਦੀਆਂ ਜਦੋਂ ਆਇਤਾਂ ਨੂੰ ਪੜ੍ਹਦੇ ਹਾਂ ਤਾਂ ਉਸ ਵਿੱਚ ਪੱਥਰ ਦੀ ਗੱਲ ਕਰਦਾ ਹੈ ਅਤੇ ਉਹ ਪੱਥਰ ਜਿਹੜਾ ਅਮੋਲਕ ਪੱਥਰ ਹੈ ਉਹ ਸਵੈਂ ਪ੍ਰਭੂ ਯਿਸੂ ਮਸੀਹ ਹੈ, ਜਿਸ ਦੇ ਬਾਰੇ ਉਹ ਆਪਣੇ ਇਸ ਵਚਨ ਦੇ ਵਿੱਚ ਸਾਫ਼ ਰੀਤੀ ਦੇ ਨਾਲ ਉਸ ਦਾ ਵਿਖਿਆਨ ਕਰਦਾ ਹੈ। ਉਹ ਦੱਸਦਾ ਹੈ ਕਿ ਪ੍ਰਭੂ ਯਿਸੂ ਜਿਉਂਦਾ ਪੱਥਰ, ਇੱਕ ਰੱਦ ਕੀਤੇ ਗਏ ਪੱਥਰ, ਇੱਕ ਕੀਮਤੀ ਪੱਥਰ ਅਤੇ ਕੋਨੇ ਦੇ ਪੱਥਰ ਵਜੋਂ ਪੇਸ਼ ਕੀਤਾ ਗਿਆ ਹੈ। ਹੁਣ ਸ਼ਬਦ ਦਾ ਪ੍ਰਯੋਗ ਕੀਤੇ ਬਿਨਾਂ ਪੱਥਰ ਉਸ ਨੂੰ ਕਸੌਟੀ ਦੇ ਪੱਥਰ ਵਜੋਂ ਤਸਵੀਰ ਦਿੰਦਾ ਪ੍ਰਤੀਤ ਹੁੰਦਾ ਹੈ। ਇੱਕ ਕਸੌਟੀ ਦਾ ਪੱਥਰ ਇਹ ਪ੍ਰਮਾਣਿਤ ਕਰਦਾ ਹੈ ਕਿ ਜਿਹੜੀਆਂ ਧਾਤਾਂ ਉਸ ਦੇ ਨਾਲ ਰਗੜੀਆਂ ਗਈਆਂ ਹਨ ਉਹ ਅਸਲੀ ਹਨ ਜਾਂ ਖੋਟੀਆਂ ਹਨ। ਉਦਾਹਰਣ ਦੇ ਲਈ ਇਹ ਵਿਖਾਉਂਦਾ ਹੈ ਕਿ ਇੱਕ ਨਗ ਸੋਨੇ ਦਾ ਜਾਂ ਖੋਟਾ ਸੋਨਾ ਹੈ। ਜਦੋਂ ਲੋਕ ਮੁਕਤੀ ਦਾਤੇ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਉਹ ਅਸਲ ਹਨ ਵਿਖਾਏ ਜਾਂਦੇ ਹਨ। ਉਸ ਪ੍ਰਤੀ ਉਸ ਦੇ ਰਵੱਈਏ ਦੇ ਵਿੱਚੋਂ ਉਹ ਆਪਣੇ ਆਪ ਨੂੰ ਪ੍ਰਗਟ ਕਰਦੇ ਹਨ। ਸੱਚੇ ਵਿਸ਼ਵਾਸੀਆਂ ਲਈ ਉਹ ਅਮੋਲਕ ਹੈ। ਅਵਿਸ਼ਵਾਸੀ ਉਸ ਨੂੰ ਰੱਦ ਕਰਦੇ ਹਨ। ਵਿਸ਼ਵਾਸੀ ਇਹ ਕਲਪਨਾ ਕਰਨ ਦੇ ਦੁਆਰਾ ਕਿ ਉਸ ਤੋਂ ਬਿਨਾਂ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ, ਕੁਝ ਛੋਟਾ ਸੰਕੇਤ ਪ੍ਰਾਪਤ ਕਰ ਸਕਦੇ ਹਨ ਕਿ ਉਹ ਕਿੰਨਾ ਅਮੋਲਕ ਹੈ। ਸਾਰੀਆਂ ਧਰਤੀ ਦੀਆਂ ਸੁੱਖ ਸੁਵਿਧਾਵਾਂ
ਮਸੀਹ ਦੇ ਨਾਲ ਭਰਪੂਰ ਜੀਵਨ ਦੇ ਇੱਕ ਪਲ ਵੀ ਤੁਲਨਾ ਕਰਨ ਦੇ ਯੋਗ ਨਹੀਂ ਹਨ। ਉਹ 10,000 ਵਿੱਚੋਂ ਉੱਤਮ ਹੈ ਅਤੇ ਸਾਰੇ ਦਾ ਸਾਰਾ ਮਨ ਭਾਉਣਾ ਹੈ। ਇਹ ਸ੍ਰੇਸ਼ਟ ਗੀਤ 5 ਦਾ 10 ਅਤੇ 16 ਦੇ ਵਿੱਚ ਮੈਂ ਪਹਿਲਾਂ ਪਿਛਲੇ ਸੰਦੇਸ਼ ਵਿੱਚ ਆਪ ਨੂੰ ਦੱਸ ਚੁੱਕਾ ਹਾਂ ਕਿ ਸ੍ਰੇਸ਼ਟ ਗੀਤ ਦੀ ਜੋ ਪੁਸਤਕ ਹੈ ਬਹੁਤ ਘੱਟ ਲੋਕ ਪੜ੍ਹਦੇ ਆ। ਉਹ ਕਹਿੰਦੇ ਆ ਇਹ ਪੜ੍ਹਨ ਦੇ ਯੋਗ ਨਹੀਂ, ਪਰ ਇਸ ਕਿਤਾਬ ਨੂੰ ਜਦੋਂ ਅਸੀਂ ਬੜੀ ਪ੍ਰਭੂ ਦੀ ਆਤਮਾ ਦੀ ਗਹਿਰਾਈ ਨਾਲ ਪੜ੍ਹੀਏ ਤਾਂ ਕਲੀਸਿਆ ਅਤੇ ਪ੍ਰਭੂ ਦਾ ਚਿੱਤਰ ਉਸ ਵਿੱਚ ਸਾਨੂੰ ਸਾਫ਼ ਰੀਤੀ ਨਾਲ ਮਿਲਦਾ ਹੈ। ਇਹੋ ਗੱਲ ਇੱਥੇ ਲਿਖਿਆ 10,000 ਵਿੱਚੋਂ ਉੱਤਮ ਹੈ ਅਤੇ ਉਹ ਸਾਰੇ ਦਾ ਸਾਰਾ ਮਨ ਭਾਉਣਾ ਹੈ। ਸੱਚਮੁੱਚ ਇਹ ਇੱਕ ਕੀਮਤੀ ਪੱਥਰ ਦੀ ਤਰ੍ਹਾਂ ਹੈ। ਜਦੋਂ ਅਸੀਂ ਇੱਕ ਕਹਾਵਤ ਸੁਣਦੇ ਹਾਂ ਕਿ ਪਾਰਸ ਦੇ ਨਾਲ ਅਗਰ ਮਿੱਟੀ ਨੂੰ ਰਗੜਿਆ ਜਾਵੇ ਤਾਂ ਉਸ ਨੂੰ ਸੋਨਾ ਬਣਾ ਦਿੰਦੀ ਹੈ। ਜਦੋਂ ਅਸੀਂ ਯਿਸੂ ਮਸੀਹ ਨੂੰ ਸਵੀਕਾਰ ਕਰ ਲੈਂਦੇ ਹਾਂ ਤਾਂ ਅਸੀਂ ਉਹਦੇ ਵਿੱਚੋਂ ਅਮੋਲਕ ਪੱਥਰ ਬਣ ਜਾਂਦੇ ਹਾਂ। ਔਰ ਪਤਰਸ ਇਸ ਦੇ ਬਾਰੇ ਸਾਨੂੰ ਸਾਫ਼ ਰੀਤੀ ਨਾਲ ਵਰਣਨ ਕਰਦਾ ਹੈ। ਮੈਂ ਆਪ ਨੂੰ ਇੱਕ ਖਾਸ ਗੱਲ ਦੱਸਣ ਜਾ ਰਿਹਾ ਹਾਂ। ਜਦੋਂ ਅਸੀਂ ਗਰੁੱਪ ਦੇ ਨਾਲ ਇੱਕ ਵਾਰ ਪ੍ਰਚਾਰ ਕਰਨ ਦੇ ਲਈ ਬਹੁਤ ਸਾਰੇ ਸੇਵਕਾਂ ਦੇ ਨਾਲ 1999 ਦੇ ਵਿੱਚ ਜਦੋਂ ਕਾਰਗਿਲ ਦੀ ਲੜਾਈ ਲੱਗੀ ਹੋਈ ਸੀ ਤਾਂ ਅਸੀਂ ਪ੍ਰਚਾਰ ਦੇ ਲਈ ਉਸ ਕਸ਼ਮੀਰ ਬਾਰਡਰ, ਲੇਹ ਲਦਾਖ ਅਤੇ ਕਾਰਗਿਲ ਦੇ ਵਿੱਚ ਗਏ ਹੋਏ ਸਾਂ। ਔਰ ਉਸ ਜਗ੍ਹਾ ਦੇ ਵਿੱਚ ਸਾਨੂੰ ਬਹੁਤ ਸਾਰੇ ਕੁਲੀਨ ਜਿਹੜੇ ਸੁੰਦਰ ਸੁੰਦਰ ਗਲੀਚੇ ਉੱਥੇ ਸਾਨੂੰ ਵੇਖਣ ਨੂੰ ਮਿਲੇ। ਔਰ ਮੈਂ ਇੱਕ ਅਜਿਹੇ ਦੁਕਾਨ ਦੇ ਵਿੱਚ ਗਿਆ ਜਿੱਥੇ ਬਹੁਤ ਸਾਰੇ ਗਲੀਚੇ ਸੀ ਅਤੇ ਬਹੁਤ ਸਾਰੇ ਸੁੰਦਰ ਗਲੀਚੇ। ਉੱਥੇ ਇੱਕ ਫੋਰਨਰ ਸੀ ਜਿਹੜਾ ਘੁੰਮ ਰਿਹਾ ਸੀ ਅਤੇ ਉਸਨੇ ਉਸ ਗਲੀਚੇ ਨੂੰ ਵੇਖਿਆ ਅਤੇ ਉਸ ਨੂੰ ਕਿਹਾ ਕਿ ਇਹ ਮੈਨੂੰ ਚਾਹੀਦਾ ਹੈ। ਉਸਨੇ ਉਸ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਨੂੰ ਬਹੁਤ ਪਸੰਦ ਆਇਆ। ਉਸਨੇ ਕਿਹਾ ਤੂੰ ਮੈਨੂੰ ਇੰਡੀਆ ਦੇ ਕਿੰਨੇ ਰੁਪਇਆਂ ਦੇ ਵਿੱਚ ਦੇਣਾ ਚਾਹੁੰਦਾ ਹੈ, ਤੂੰ ਮੈਨੂੰ ਦੱਸ, ਮੈਂ ਉਹਨੇ ਦੇ ਦੇਵਾਂਗਾ। ਜੇ ਤੂੰ ਡਾਲਰ ਦੇ ਵਿੱਚ ਲੈਣਾ ਚਾਹੁੰਦਾ ਹੈ, ਪਾਉਂਡ ਦੇ ਵਿੱਚ ਲੈਣਾ ਚਾਹੁੰਦਾ ਤਾਂ ਮੈਂ ਪਾਉਂਡ ਦੇਵਾਂਗਾ। ਪਰ ਉਹ ਉਸ ਨੂੰ ਦੇਣ ਨੂੰ ਤਿਆਰ ਨਹੀਂ ਸੀ। ਉਸਨੇ ਉੱਥੇ ਰੱਖਿਆ ਹੋਇਆ ਸੀ। ਉਸ ਵਪਾਰੀ ਨੇ ਕਿਹਾ ਤੁਸੀਂ ਇਸ ਨੂੰ ਛੱਡ ਕੇ ਹੋਰ ਜਿੰਨੇ ਵੀ ਹੈ ਇਸ ਤੋਂ ਵਧੀਆ ਗਲੀਚ ਤੁਸੀਂ ਲੈ ਸਕਦੇ ਹੋ। ਉਹ ਇੰਨੇ ਸਾਰੇ ਪੈਸੇ ਵੀ ਲੈਣ ਤੋਂ ਤਿਆਰ ਨਹੀਂ ਹੋਇਆ। ਉਸ ਤੋਂ ਬਾਅਦ ਉਹ ਵਪਾਰੀ ਜਦੋਂ ਤਿਆਰ ਨਹੀਂ ਹੋਇਆ ਅਤੇ ਉਹ ਜਿਹੜਾ ਫੋਰਨਰ ਸੀ ਉਹ ਬਹੁਤ ਨਿਰਾਸ਼ ਹੋਇਆ। ਪਰ ਉਸ ਨੇ ਕਿਹਾ ਮੇਰੇ ਲਈ ਇਹ ਬਹੁਤ ਕੀਮਤੀ ਹੈ, ਮੈਂ ਇਸ ਨੂੰ ਵੇਚ ਨਹੀਂ ਸਕਦਾ। ਕਿਉਂਕਿ ਮੇਰੇ ਪਿਤਾ ਜੀ ਨੇ ਆਪਣੀ ਮੌਤ ਤੋਂ ਪਹਿਲਾਂ ਉਹਨੂੰ ਮੈਨੂੰ ਦਿੱਤਾ ਸੀ ਅਤੇ ਇਸ ਤਰ੍ਹਾਂ ਨਾਲ ਮੇਰੇ ਦਾਦਾ ਜੀ ਨੇ ਮੇਰੇ ਪਿਤਾ ਜੀ ਨੂੰ ਦਿੱਤਾ ਸੀ ਅਤੇ ਉਹ ਸਾਡੇ ਪਰਿਵਾਰ ਦਾ ਖਜ਼ਾਨਾ ਹੈ। ਇਸ ਲਈ ਭਾਵੇਂ ਜਿੰਨਾ ਮਰਜ਼ੀ ਪੈਸਾ ਸਾਨੂੰ ਕੋਈ ਕਹੇ ਮੈਂ ਉਸ ਨੂੰ ਨਹੀਂ ਦੇਵਾਂਗਾ। ਇਸ ਦਾ ਮਤਲਬ ਉਸ ਗਲੀਚੇ ਦੀ ਕੀਮਤ ਉਸ ਦੇ ਲਈ ਕਿੰਨੀ ਮਹਾਨ ਸੀ। ਮੇਰੇ ਲਈ ਵੀ ਇਸੇ ਤਰ੍ਹਾਂ ਜਦੋਂ ਪਰਮੇਸ਼ਰ ਨੇ ਸਾਡੇ ਲਈ ਪ੍ਰਭੂ ਯਿਸੂ ਮਸੀਹ ਦੇ ਦਿੱਤਾ ਹੈ, ਉਹ ਮੇਰੇ ਲਈ ਅਤ ਕੀਮਤੀ ਹੈ। ਮੈਂ ਉਸ ਨੂੰ ਰੱਦ ਨਹੀਂ ਸਕਦਾ, ਮੈਂ ਉਸ ਨੂੰ ਸੁੱਟ ਨਹੀਂ ਸਕਦਾ, ਮੈਂ ਉਸ ਨੂੰ ਵੇਚ ਨਹੀਂ ਸਕਦਾ। ਮੇਰੇ ਲਈ ਉਹ ਕਿੰਨਾ ਕੀਮਤੀ ਹੈ। ਮੈਂ ਸੰਸਾਰ ਦੇ ਵਿੱਚ ਮਸੀਹ ਯਿਸੂ ਦੇ ਉਸ ਦਿੱਤੇ ਹੋਏ ਜੀਵਨ ਦਾ ਸਮਝੌਤਾ ਨਹੀਂ ਕਰ ਸਕਦਾ ਹਾਂ, ਚਾਹੇ ਉਸ ਦੇ ਲਈ ਮੈਨੂੰ ਆਪਣਾ ਜੀਵਨ ਹੀ ਨਿਸ਼ਾਵਰ ਕਰਨਾ ਪਵੇ। ਇਹੋ ਗੱਲ ਤਾਂ ਪੌਲਸ ਕਹਿੰਦਾ ਹੈ, ਜਿਉਣਾ ਮੇਰੇ ਲਈ ਮਸੀਹ ਤੇ ਮਰਨਾ ਲਾਭ ਹੈ। ਜਿਉਣਾ ਮਸੀਹ, ਕਿਉਂਕਿ ਉਸ ਨੂੰ ਪਤਾ ਸੀ ਕਿ ਮਸੀਹ ਨੇ ਮੇਰੇ ਲਈ ਮੈਨੂੰ ਜੀਵਨ ਦੇਣ ਦੇ ਲਈ ਕਿੰਨੀ ਵੱਡੀ ਕੀਮਤ ਕਾਲਵਰੀ ਕਰੂਸ ਦੇ ਉੱਤੇ ਚੁਕਾਈ ਹੈ। ਉਹ ਸੱਚਮੁੱਚ ਬਹੁਮੁੱਲਾ ਪੱਥਰ ਹੈ, ਜਿਸ ਲਈ ਪਤਰਸ ਨੂੰ
परमेश्वर ने जदों असी मती रची सुसमाचार 16 अध्याय पढ़ते हाँ, उससे अगे जाके जदों 16 तो अगे जाके पढ़ते हाँ तां कहंदा है पतरस नूं, तू पतरस मैं इस पत्थर उत्ते अपनी कलीसिया बनावांगा जिस उत्ते अधोलोक दे फाटक प्रबल ना होणगे। कितनी वड्डी गल उत्थे परमेश्वर पुत्र ने पतरस दे नाल कही। और पतरस ਇੱਥੇ ਉਸੇ ਗੱਲ ਦਾ ਉਲੇਖ ਕਰ ਰਿਹਾ ਹੈ, ਉਹ ਤੁਹਾਡੇ ਲਈ ਜਿਹੜੇ ਨੇਚਾ ਕਰਦੇ ਹੋ ਅਮੋਲਕ ਹੈ, ਬਹੁਤ ਕੀਮਤੀ ਹੈ। ਜਿਸ ਤਰ੍ਹਾਂ ਉਸ ਵਿਅਕਤੀ ਦੇ ਲਈ ਉਹ ਕਲੀਨ ਉਸੇ ਬਜ਼ੁਰਗ ਦਾ ਦਿੱਤਾ ਹੋਇਆ ਕੀਮਤੀ ਸੀ, ਉਸੇ ਤਰ੍ਹਾਂ ਮੇਰੇ ਲਈ ਵੀ ਪਰਮੇਸ਼ਵਰ ਦਾ ਦਿੱਤਾ ਹੋਇਆ ਪੁੱਤਰ ਮਸੀਹ ਅਮੋਲਕ ਹੈ। ਮੈਂ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਉਸੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਵਿੱਚ, ਆਪਣੇ ਸਕੇ ਸੰਬੰਧੀਆਂ ਦੇ ਵਿੱਚ, ਆਪਣੇ ਭੈਣ ਭਰਾਵਾਂ ਦੇ ਵਿੱਚ ਮੈਂ ਸਮਝੌਤਾ ਨਹੀਂ ਕਰ ਸਕਦਾ। ਬਹੁਤੇ ਲੋਕ ਸਮਝੌਤਾ ਕਰ ਲੈਂਦੇ ਆ ਕਿ ਨਹੀਂ ਚਲੋ ਕੋਈ ਗੱਲ ਨਹੀਂ, ਦੇਖਾ ਜਾਊਗਾ ਬਾਅਦ ਦੇ ਵਿੱਚ ਮਸੀਹ ਦੇ ਵਿੱਚ, ਪਰ ਉਸ ਦਾ ਦੰਡ ਉਹਨਾਂ ਨੂੰ ਦੇਣਾ ਪਏਗਾ। क्योंकि मसीह ने जो स्वर्ग तो आया उसने इस धरती के उत्ते मेरे जीवन को बचाने के लिए इस धरती के उत्ते मुँह देख के कोई न्याय नहीं किया, उसने कोई समझौता नहीं किया, बल्कि अपने जीवन को कलवरी क्रूस के उत्ते दे दिता मेरे सारे पापों के लिए। अज असी अपने लाभ के लिए, अज असी अपने जीवन के आराम के लिए, अज असी अपने जीवन के उत्ते मसीह के उत्ते भरोसा नहीं, भरोसा संसार के उत्ते है। मैं कहना हाँ जो चीज़ सानू विश्वास करके उड़ीकण दे नाल मिलती है सब तो उत्तम अते सब तो खालस मिलती है। जदों असी उहदी उड़ीक नहीं करते, समझौता कर लैंदे आ संसार दे नाल, कोई नहीं हथ मिला ला देखा जाऊगा, ਤਾਂ ਅਸੀਂ ਉਸ ਪੱਥਰ ਨੂੰ ਜਿਸ ਪੱਥਰ ਨੇ ਮੈਨੂੰ ਅਮੋਲਕ ਬਣਾਇਆ ਸੀ ਉਸ ਪੱਥਰ ਨੂੰ ਅਸੀਂ ਰੱਦ ਕਰ ਦਿੰਦੇ ਹਾਂ। ਪਿਆਰੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹੈ। ਸਾਡਾ ਪ੍ਰਭੂ ਸਾਡੇ ਲਈ ਇਸ ਤੋਂ ਵੀ ਕਈ ਗੁਣਾ ਜ਼ਿਆਦਾ ਕੀਮਤੀ ਹੈ, क्योंकि उसने साडे नाल प्यार किया अते साडे लई अपना प्राण दिता। इसलिए असी भी उस दे लई किन्नी भी कीमत चुकाण दे लई तैयार हाँ, पर असी कई बार समझौता करके उस कीमत नूं असी अपने जीवन दे विच संसार दे लोकां दे विच हासोहीन बन जाते हैं। असी इंतज़ार नहीं करते, साढ़े को इंतज़ार नहीं, असी अपने जीवन दे विच अपने सुख विलास दे लई, अपने बच्चों दे लई असी समझौता करके अपने जीवन नूं नाश कर लैंदे आ। जो आशीष सानू मिलनी है उस समय दे विच उस समझौते नाल साडे जीवन दे विच टुट जाती है। फिर साडे जीवन दे विच प्यारो मैं एक गल दसदा हाँ, जदों तुसी संसार दे नाल मसीह दे विच समझौता कर लिया तां तुसी अपने जीवन दे विच संसार दे दुखां दा सब तो वड्डा संताप अपने विच बुला लिया। तुहानू नहीं पता तुसी किन्नी वड्डी दलदल दे विच धसन जा रहे हो, क्योंकि ये संसार इसे तरह समझौता करके बहुत सारे लोगों के जीवनों को नष्ट कर गया है। सावधान, चकन्ने हो जाओ, कितनी भी देर हो जाए, कितना भी समा लंघ जाए, नथिंग, कदे समझौता नहीं करना। समझौता करोगे क्योंकि शैतान हर पल आप दे नाल हथ बधा के समझौता करन दे लई तुहानू मजबूर करेगा। जेड़े मजबूर हो जाते ने, जेड़े अपने आप को इस संसार के हथी बेच देंदे ने, वो सचमुच जीवन दे विचों मौत दे विच चले जाते हैं। जीवन उन्हां कोल सी पर उसने जीवन नूं मौत दे हथी बेच दिता। उन्हां दे लई मुड़
तौबा करानी अनहोनी है। बाइबल ये दसदी है उन्हां दे लई, क्योंकि वो जानदे होए कर रहे हैं। उन्हां नूं पता है गलत है, उन्हां नूं पता है असीं गलती कर रहे हाँ और करते जा रहे हाँ, धसदे जा रहे हैं। वो उस अमोलक पत्थर दे लई ठोकर दा कारण बनणगे, क्योंकि बाइबल दे विच इहो तां गल लिखी हुई है कि राज मिस्त्रियां दे लई वो चुनिया होया पत्थर ठोकर दा कारण बन गया, पर मेरे लई वो खूंजे दा पूरे मकान नूं बचाउण दा केंद्र बन गया। ਜਿਹੜੇ ਇਸ ਦੀ ਕੀਮਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਅਸੀਂ ਆਪਣੇ ਮਾਤਾ ਪਿਤਾ, ਭੈਣ ਭਰਾ, ਪਤਨੀ, ਬੱਚਿਆਂ ਜਾਂ ਦੂਜਿਆਂ ਕਿਸੇ ਹੋਰ ਵਸਤੂ ਤੋਂ ਵੀ ਜ਼ਿਆਦਾ ਪਿਆਰ ਕਰਦੇ ਹਾਂ। ਇਹ ਸੱਚੀ ਆਰਾਧਨਾ ਹੈ। ਬਾਈਬਲ ਦੇ ਵਿੱਚ ਲਿਖਿਆ ਹੈ ਜਿਹੜਾ ਆਪਣੇ ਮਾਤਾ ਪਿਤਾ, ਭਾਈ ਭੈਣ, ਰਿਸ਼ਤੇਦਾਰ ਜਾਂ ਸਕੇ ਸੰਬੰਧੀਆਂ ਤੋਂ ਜ਼ਿਆਦਾ मैनू छड़ प्यार करता है वो मेरे योग नहीं। परमेश्वर ने पहला ही ये गल कह दी है, इसलिए असी सावधान होना है। सच्ची आराधना है ਜਿਹੜੇ ਅਸੀਂ सच्चे परमेश्वर ਨੂੰ सब कुछ ਛੱਡ के प्यार करते हैं, पर इस ਨੂੰ ਸਾਨੂੰ ਆਪਣੇ दिल ਦੀ ਗਹਿਰਾਈ ਦੇ ਨਾਲ ਕਹਿਣਾ ਚਾਹੀਦਾ ਹੈ। ਆਰਾਧਨਾ ਦੀ ਬੰਦਗੀ ਵਿੱਚ ਅਜਿਹੇ ਸ਼ਬਦਾਂ ਨੂੰ ਬੋਲਦੇ ਹਾਂ, ਪਰ ਜਦੋਂ ਸੱਚਮੁੱਚ ਕੀਮਤ ਚੁਕਾਉਣੀ ਹੁੰਦੀ ਹੈ ਤਦ ਅਸੀਂ ਤਿਆਰ ਨਹੀਂ ਹਾਂ। ਇਸ ਲਈ ਕਈ ਵਾਰ ਅਸੀਂ ਪ੍ਰਭੂ ਨੂੰ ਦੁਖੀ ਕਰਦੇ ਹਾਂ, ਅਨੇਕਾਂ ਵਾਰ ਮਨੁੱਖ ਦੇ ਡਰ ਦੇ ਕਾਰਨ ਪਰਮੇਸ਼ਵਰ ਦੇ ਅਧੀਨ ਹੋਣ ਵਿੱਚ ਅਸਫਲ ਹੋ ਜਾਂਦੇ ਹਾਂ। ਸਾਡੇ ਮਿੱਤਰ, ਗਵਾਂਢੀ ਜਾਂ ਸੰਸਾਰ ਦੇ ਲੋਕ ਇਸ ਭੈ ਦੇ ਲਈ ਕੀ ਕਹਿਣਗੇ ਜਿਸ ਲਈ ਪ੍ਰਭੂ ਨੇ ਕੀਮਤ ਚੁਕਾਈ ਅਤੇ ਉਸ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਚੁਕਾਉਣ ਦੀ ਮੰਗ ਕਰ ਰਿਹਾ ਹੈ। ਇਸ ਲਈ ਪਿਆਰੋ, ਉਹ ਅਮੋਲਕ ਪੱਥਰ ਜਿਹੜਾ ਮੇਰੇ ਲਈ ਅਤੇ ਆਪ ਦੇ ਲਈ परमेश्वर ने मैनू दिता है, इस संसार दे किसी भी व्यक्ति दे कारण, इस संसार दी किसी भी चीज़ दे कारण, इस संसार दे, इस समाज दे किसी भी काम दे कारण मेरे जीवन दे विच प्यारा नहीं होना चाहिए, बल्कि मेरे लिए प्रभु प्यारा होना चाहिए है। तद मैं सच्चे अमोलक पत्थर दी कदर करदा हाँ अते उस विच मैं ईमानदार पाया जांदा हाँ अते परमेश्वर दा मेरे जीवन विच आशीष दा हथ हुंदा है। जे मैं उस अमोलक पत्थर नूं रद्द करदा हाँ, संसार दे नाल, संसार दीआं वस्तां दे नाल, अपने सज्जणा मित्रां दी शर्मिंदगी नूं देखदिया होया इस संसार दे नाल समझौता करदा हाँ, तो उस अमोलक पत्थर नूं जिहड़ा मेरे लिए दिता गया मैं उसनूं रद्द करदा हाँ। इसलिए फैसला आप दे हथ विच है कि तुसी उस अमोलक पत्थर नूं वफादारी नाल फड़ के रखिया है जां नहीं। जे नहीं फड़ के रखिया है तो प्यारो, अपने आप दे लई जो प्रभु ने सानू इस संसार दे विच वो डन साडे लिए रखिया, क्योंकि बाइबल के न्याय दे विच लिखिया है जो दूसरा क्रंथी 10 अध्याय, जो तुसी शरीर दे नाल कीता शरीर विच, जो तुसी आत्मा दे विच कीता आत्मा दे विच, परमेश्वर दे न्याय दे सामने खड़े होवोगे। इसलिए इस संसार दे नाल समझौता ना करते हुए उस अमोलक पत्थर नूं अपने सीने नाल ला के वफादारी नाल उसकी आमद विच चलते जाओ, ताकि परमेश्वर जदों अब बदलां दे उत्ते मैनू लैण दे लई, आप नूं लैण दे लई आवे, तां असीं उस दी वफादारी दे विच, उस दी सच्चाई दे विच उस कोलों इनाम लैण वाले बणीए। प्रभु आप नूं इस वचन दे नाल बरकत देवे, आशीष देवे। जय मसीह।